ਹਾਜ਼ਰ ਹਾਂ ਦੋਸਤੋ, ਤੁਹਾਡੇ ਸਨਮੁਖ ਸਰਦਾਰ ਸੁਰਮੁਖ ਸਿੰਘ ਅਮੋਲ ਹੋਰਾਂ ਦਾ ਆਪਣੇ ਇੱਕ ਸਫ਼ਰ ਸੰਬੰਧੀ ਲਿਖਿਆ ਨਿਬੰਧ ਸ਼ਾਂਤੀ ਨਿਕੇਤਨ। ਉਹਨਾਂ ਨੇ ਇਸ ਨਿਬੰਧ ਦਾ ਆਗਾਜ਼ E.J. ਥੌਮਸਨ ਦੇ ਇੱਕ ਕਥਨ ਨਾਲ ਕੀਤਾ ਹੈ। ਸ਼ਾਂਤੀ ਨਿਕੇਤਨ ਨੂੰ ਵੇਖਣਾ ਇੱਕ ਗੰਭੀਰ ਅਤੇ ਮਹਾਨ ਤਜਰਬਾ ਹੈ। ਹਵਾ ਵੀ ਪਵਿੱਤਰ ਖੁਸ਼ੀ ਦੇ ਵਿਚਾਰਾਂ ਨਾਲ ਭਰੀ ਜਾਪਦੀ ਹੈ ਅਤੇ ਹੋਰ ਥਾਵਾਂ ਨਾਲੋਂ ਵਧੇਰੇ ਖਾਲਸ ਹੈ। ਕਲਕੱਤੇ ਵਾਲੀ GT ਦੀ ਵੱਡੀ ਸੜਕ ਨੂੰ ਛੱਡ ਕੇ ਖੱਬੇ ਪਾਸੇ ਇੱਕ ਛੋਟੀ ਪੱਕੀ ਸੜਕ ਉੱਤੇ ਕੁਝ ਪਿੰਡਾਂ ਵਿੱਚੋਂ ਲੰਘ ਕੇ ਇੱਕ ਦੋ ਨਦੀਆਂ ਦੇ ਲਾਲ ਪੱਥਰ ਦੇ ਵੱਡੇ ਪੁਲਾਂ ਨੂੰ ਪਾਰ ਕਰਕੇ ਅਸੀਂ ਹਨੇਰੇ ਹੋਏ ਸ਼ਾਂਤੀ ਨਿਕੇਤਨ ਦੇ ਬਾਜ਼ਾਰ ਵਿੱਚ ਪੁੱਜ ਗਏ। ਬਿਜਲੀਆਂ, ਕੋਠੀਆਂ, ਕਈ ਦਫ਼ਤਰਾਂ ਦੇ ਬੋਰਡ ਆਦਿ ਦੇਖ ਕੇ ਤੇ ਇਹ ਜਾਣ ਕੇ ਕਿ ਇੱਥੇ ਬੋਲਪੁਰ ਨਾਂ ਦਾ ਰੇਲਵੇ ਸਟੇਸ਼ਨ ਵੀ ਹੈ, ਜੋ ਹਾਵੜਾ ਭਾਗਲਪੁਰ ਲਾਈਨ ਉੱਤੇ ਕਲਕੱਤੇ ਤੋਂ ਕੋਈ 90 ਮੀਲ 'ਤੇ ਹੈ, ਵਿਚਾਰ ਆਇਆ ਮਹਾਤਮਾ ਠਾਕੁਰ ਦਾ। ਸੁਪਨਾ ਤਾਂ ਇਸ ਨਵੀਂ ਉੱਨਤੀ ਨੇ ਭੰਗ ਕਰ ਦਿੱਤਾ ਹੈ। ਉੱਥੇ ਸਾਰਾ ਹੀ ਸ਼ਹਿਰ ਵਾਲਾ ਵਾਤਾਵਰਨ ਸੀ। ਰਿਕਸ਼ੇ ਸਨ, ਕੋਈ ਕਾਰ ਵੀ ਸੀ, ਬੱਸਾਂ ਵੀ ਸਨ। ਮੈਨੂੰ ਯਾਦ ਆਇਆ, ਰਿਸ਼ੀ ਠਾਕੁਰ ਦਾ ਵਿਚਾਰ ਤਾਂ ਇਹ ਸੀ ਕਿ ਜਿਵੇਂ ਪੁਰਾਣੇ ਸਮੇਂ ਵਿੱਚ ਲੋਕ ਰਿਸ਼ੀਆਂ ਕੋਲ ਜਾ ਕੇ ਪੜ੍ਹਦੇ ਸਨ, ਉਸ ਤਰ੍ਹਾਂ ਦੀ ਗੱਲ ਇੱਥੇ ਬਣੇ, ਪਰ ਇਸ ਦੇ ਯੂਨੀਵਰਸਿਟੀ ਬਣਨ ਪਿੱਛੋਂ ਉਹ ਗੱਲ ਨਹੀਂ ਰਹੀ। ਯੂਨੀਵਰਸਿਟੀ ਦੀ ਹੱਦ ਵਿੱਚ ਪਹੁੰਚ ਕੇ ਜਦ ਕਾਫੀ ਹਨੇਰਾ ਹੋ ਚੁੱਕਿਆ ਸੀ, ਪਰ ਰਾਤ ਪੁੰਨਿਆਂ ਤੋਂ ਪਹਿਲਾਂ ਹੋਣ ਕਰਕੇ ਚੰਨ ਚਾਨਣੀ ਬਹੁਤ ਸੀ, ਮੇਰੇ ਸਾਰੇ ਸੰਸੇ ਮਿਟ ਗਏ। ਇਕਾਂਤ ਤੇ ਸ਼ਾਂਤੀ ਦਾ ਵੱਡਾ ਪ੍ਰਮਾਣ ਮੈਨੂੰ ਇਹ ਮਿਲਿਆ ਕਿ ਲਾਗੇ ਤਾਗੇ ਨਾ ਕੋਈ ਚਪੜਾਸੀ ਸੀ, ਨਾ ਪਹਿਰੇਦਾਰ। ਇੱਕ ਸੰਘਣੇ ਹਨੇਰੇ ਬਾਗ ਵਿੱਚ ਅਸੀਂ ਝੱਕਦੇ ਕਿਸੇ ਆਗੂ ਜਾਂ ਰਾਹ ਦੱਸਣ ਵਾਲੇ ਦੇ ਲੱਭਣ ਦੀ ਆਸ ਉੱਤੇ ਤੁਰੇ ਜਾ ਰਹੇ ਸਾਂ। ਕਈ ਵਾਰ ਲੱਗਿਆ ਕਿ ਡਰਾਈਵਰ ਗਲਤ ਥਾਂ ਉੱਤੇ ਲੈ ਆਇਆ ਹੈ, ਪਰ ਬਾਹਰਲੇ ਬੋਰਡਾਂ ਤੋਂ ਕੁਝ ਤਸੱਲੀ ਹੁੰਦੀ ਸੀ। ਸੜਕ ਦੇ ਮੱਥੇ 'ਤੇ ਇੱਕ ਬਹੁਤ ਵੱਡੀ ਇਮਾਰਤ ਦਿਸੀ, ਪਰ ਉੱਥੇ ਨਾ ਕੋਈ ਬੰਦਾ, ਨਾ ਬੰਦੇ ਦੀ ਜਾਤ। ਹੌਸਲੇ ਨਾਲ ਪਰ ਸਹਿਜੇ ਅਸੀਂ ਸਾਰੇ ਉਸ ਬਿਲਡਿੰਗ ਦੇ ਪਿਛਲੇ ਪਾਸੇ ਪੁੱਜ ਗਏ ਤਾਂ ਇੱਕ ਬੰਗਾਲੀ ਯੁਵਕ ਚਿੱਟੇ ਕੱਪੜੇ ਪਾਈ ਨਜ਼ਰੀ ਪਿਆ। ਮੈਂ ਉੱਦਮ ਕਰਕੇ ਹਿੰਦੁਸਤਾਨੀ ਵਿੱਚ ਉਸ ਨੂੰ ਆਪਣਾ ਮਿਸ਼ਨ ਦੱਸਿਆ। ਉਸ ਟੁੱਟੀ ਫੁੱਟੀ ਹਿੰਦੁਸਤਾਨੀ ਵਿੱਚ ਕਿਹਾ, ਦਿਨੇ ਆਓ, ਇਸ ਵੇਲੇ ਤਾਂ ਇੱਥੇ ਕੋਈ ਨਹੀਂ ਮਿਲ ਸਕੇਗਾ। ਅੱਜ ਬੁੱਧਵਾਰ ਹੋਣ ਕਰਕੇ ਉਂਝ ਵੀ ਛੁੱਟੀ ਹੈ ਤੇ ਬਹੁਤ ਸਾਰੇ ਵਿਦਿਆਰਥੀ ਤੇ ਸਟਾਫ ਦੇ ਮੈਂਬਰ ਵੀ ਬਾਹਰ ਗਏ ਹੋਏ ਹਨ। ਇਹ ਉੱਤਰ ਮੈਨੂੰ ਖੁਸ਼ਕ ਜਿਹਾ ਲੱਗਾ। ਹਾਰ ਕੇ ਮੈਂ ਉਸ ਨੂੰ ਅੰਗਰੇਜ਼ੀ ਵਿੱਚ ਕਿਹਾ, ਮੈਂ ਪੰਜਾਬ ਤੋਂ ਉਚੇਚਾ ਆਇਆ ਹਾਂ, ਇੱਕ ਲੇਖਕ ਵੀ ਹਾਂ। ਠਾਕੁਰ ਜੀ ਬਾਬਤ ਵੀ ਮੈਂ ਲਿਖਿਆ ਹੈ। ਕੱਲ੍ਹ ਜਾਂ ਫੇਰ ਮੇਰੇ ਕੋਲ ਵਕਤ ਨਹੀਂ, ਮੈਂ ਵਾਪਸ ਜਾ ਰਿਹਾ ਹਾਂ। ਹੁਣ ਵੀ 30-35 ਮੀਲ ਤੋਂ ਆਇਆ ਹਾਂ, ਸੋ ਤੁਸੀਂ ਹੀ ਮਿਹਰਬਾਨੀ ਕਰਕੇ ਕੁਝ ਮਿੰਟ ਸਾਡੇ ਲਈ ਕੱਢੋ ਤੇ ਸਾਡੀ ਕੁਝ ਮੋਟੀ ਅਗਵਾਈ ਕਰੋ। ਜੇ ਤੁਸੀਂ ਕਿਤੇ ਦੂਰ ਜਾਣਾ ਹੈ ਤਾਂ ਅਸੀਂ ਕਾਰ ਵਿੱਚ ਛੱਡ ਆਵਾਂਗੇ, ਤਾਂ ਜੋ ਵਕਤ ਤੁਸੀਂ ਲਾਉਣਾ ਹੈ ਉਸ ਦੀ ਕਸਰ ਨਿਕਲ ਜਾਏ। ਮੈਂ ਇੱਕ ਤਰ੍ਹਾਂ ਸਾਰੇ ਸ਼ਸਤਰ ਵਰਤ ਲਏ, ਜਿਵੇਂ ਅੰਗਰੇਜ਼ੀ, ਦੂਰੋਂ ਆਇਆ, ਵਕਤ, ਮੋਟਰ, ਧੰਨਵਾਦ। ਕਹਿ ਨਹੀਂ ਸਕਦਾ ਕਿਸ ਨੇ ਵਧੇਰੇ ਅਸਰ ਕੀਤਾ। ਉਹ ਸਾਡੀ ਸੇਵਾ ਲਈ ਤਤਪਰ ਹੋ ਗਿਆ। ਫਿਰ ਮੈਂ ਉਸ ਦਾ ਵਕਤ ਖਰਾਬ ਕਰਨ ਦੀ ਮਾफ़ੀ ਮੰਗੀ ਤਾਂ ਉਸਨੇ ਕਿਹਾ, ਨਹੀਂ, ਮੈਂ ਇਸ ਵੇਲੇ ਅੱਧੇ ਪੌਣੇ ਘੰਟੇ ਲਈ ਵਿਹਲਾ ਹੀ ਹਾਂ। ਉਸ ਨਾਲ ਜਾਣ ਪਛਾਣ ਕਰਨ ਲਈ ਮੈਂ ਪੁੱਛਿਆ, ਤੁਸੀਂ ਇੱਥੇ ਕਿਸ ਤਰ੍ਹਾਂ ਹੋ? ਮੇਰਾ ਭਾਵ ਸੀ ਕਿ ਸਟਾਫ ਵਿੱਚ ਹੋ ਜਾਂ ਵਿਦਿਆਰਥੀ। ਉਸਨੇ ਆਪਣਾ ਨਾਮ ਸ਼੍ਰੀਮਾਨਤਾ ਦੱਸਿਆ ਤੇ ਰੁਕਦੀ ਝਿਜਕਦੀ ਅੰਗਰੇਜ਼ੀ ਵਿੱਚ ਕਿਹਾ, ਮੈਂ ਇੱਥੇ ਹੀ ਬੰਗਾਲੀ ਦੀ MA ਕੀਤੀ ਹੈ ਤੇ ਹੁਣ ਮਹਾਤਮਾ ਠਾਕੁਰ ਉੱਤੇ ਹੀ ਖੋਜ ਕਰਕੇ PhD ਕਰ ਰਿਹਾ ਹਾਂ। ਮੈਂ ਹੈਰਾਨ ਸਾਂ ਉਸ ਦੀ ਸਾਦੀ ਪੋਸ਼ਾਕ ਉੱਤੇ ਅਤੇ PhD ਤੱਕ ਵਿੱਦਿਆ ਦਾ ਪ੍ਰਬੰਧ ਕਰਨ ਵਾਲੀ ਯੂਨੀਵਰਸਿਟੀ ਦੀ ਸਾਦਗੀ ਉੱਤੇ। ਮਨ ਨਾ ਮੰਨਿਆ। ਮੈਂ ਉਚੇਚਾ ਪ੍ਰਸ਼ਨ ਕੀਤਾ, ਇੱਥੇ MA ਤੱਕ ਦੇ ਵਿਦਿਆਰਥੀ ਹਨ, ਸਟਾਫ ਹੈ, ਇਹ ਪੂਰੀ ਉੱਨਤ ਯੂਨੀਵਰਸਿਟੀ ਹੈ ਤੇ ਭਾਰਤ ਦੀ ਕਿਸੇ ਵੀ ਹੋਰ ਯੂਨੀਵਰਸਿਟੀ ਦੀ ਡਿਗਰੀ ਵਾਂਗ ਹੀ ਇੱਥੋਂ ਦੀ ਡਿਗਰੀ ਦੀ ਕਦਰ ਹੈ। ਮੇਰੇ ਲਈ ਤੇ ਮੇਰੇ ਪੰਜਾਬੀ ਸਾਥੀਆਂ ਲਈ ਵੱਡੀ ਹੈਰਾਨੀ ਦੀ ਗੱਲ ਸੀ
ਕਿ ਰੁਕ ਰੁਕ ਕੇ ਅੰਗਰੇਜ਼ੀ ਬੋਲਣ ਵਾਲਾ ਤੇ ਇੰਨੇ ਸਾਦੇ ਲਿਬਾਸ ਵਾਲਾ ਵੀ ਡਾਕਟਰ ਬਣ ਸਕਦਾ ਹੈ। ਮੇਰੇ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਸ੍ਰੀ ਮਾਨਤਾ ਨੇ ਦੱਸਿਆ, 1901 ਵਿੱਚ ਜਦੋਂ ਇਹ ਆਸ਼ਰਮ ਮਹਾਰਿਸ਼ੀ ਠਾਕੁਰ ਨੇ ਆਪਣੀ ਜ਼ਮੀਨ ਵਿੱਚ ਤੋਰਿਆ ਸੀ ਤਾਂ ਇੱਥੇ ਕੇਵਲ 5 ਬੱਚੇ ਮੁੱਢਲੀ ਵਿੱਦਿਆ ਲਈ ਦਾਖਲ ਹੋਏ ਸਨ। ਹੁਣ ਕੋਈ 500 ਵਿਦਿਆਰਥੀ ਮੁੰਡੇ ਤੇ ਕੁੜੀਆਂ ਹਨ ਜੋ ਇੱਥੇ ਹੀ ਰਹਿੰਦੇ ਹਨ। ਭਾਰਤ ਦੇ ਹਰੇਕ ਸੂਬੇ ਵਿੱਚੋਂ ਵੀ ਵਿਦਿਆਰਥੀ ਆਉਂਦੇ ਹਨ। ਤੁਹਾਡੇ ਪੰਜਾਬ ਦੇ ਵੀ ਹਨ। ਇਸ ਸਮੇਂ ਤੱਕ ਉਹ ਸਾਨੂੰ ਖਾਸ ਦਫ਼ਤਰ ਤੇ ਵੱਖ-ਵੱਖ ਉਮਰਾਂ ਦੇ ਵਿਦਿਆਰਥੀਆਂ ਲਈ ਤੇ ਵੱਡੀਆਂ ਲੜਕੀਆਂ ਲਈ ਹੌਸਟਲ ਬਾਹਰੋਂ ਹੀ ਵਿਖਾ ਚੁੱਕਾ ਸੀ। ਇਮਾਰਤ ਦਾ ਹਰ ਬਲਾਕ ਉਸ ਵੱਡੇ ਸੰਘਣੇ ਬਾਗ ਵਿੱਚ ਇੱਕ ਵੱਖਰੀ ਕੋਠੀ ਵਾਂਗ ਲੱਗਦਾ ਸੀ। ਹੁਣ ਅਸੀਂ ਵੱਡੇ ਲੰਗਰ ਦੇ ਸਾਹਮਣੇ ਸਾਂ। ਉਸ ਦੱਸਿਆ, ਇਹ ਲੰਗਰ ਹੈ। ਖਾਣੇ ਦੇ ਵੱਡੇ ਹਾਲ ਵਿੱਚ ਮੇਜ਼ਾਂ ਉੱਤੇ ਸਟੀਲ ਦੇ ਭਾਂਡੇ ਕੁਝ ਬੀਬੀਆਂ ਟਿਕਾ ਰਹੀਆਂ ਸਨ। ਅਸੀਂ ਬਾਹਰੋਂ ਹੀ ਤੁਰੇ ਜਾਂਦਿਆਂ ਸ਼ੀਸ਼ਿਆਂ ਵਿੱਚੋਂ ਇਹ ਸਭ ਕੁਝ ਵੇਖਿਆ। ਸ੍ਰੀ ਮਾਨਤਾ ਨੇ ਦੱਸਿਆ, ਖਾਣਾ ਸਭ ਇਕੱਠੇ ਖਾਂਦੇ ਹਨ। ਮੈਂ ਪ੍ਰਸ਼ਨ ਕੀਤਾ, ਮੈਂ ਪੜ੍ਹਿਆ ਹੈ ਕਿ ਠਾਕੁਰ ਜੀ ਦਾ ਵਿਚਾਰ ਕੁਦਰਤ ਦੀ ਗੋਦ ਵਿੱਚ ਬੱਚਿਆਂ ਨੂੰ ਪੜ੍ਹਾਉਣ ਦਾ ਸੀ। ਉਦੋਂ ਰੁੱਖਾਂ ਥੱਲੇ ਜਮਾਤਾਂ ਲੱਗਦੀਆਂ ਸਨ। ਹੁਣ ਤੁਹਾਡੀਆਂ ਜਮਾਤਾਂ ਦੇ ਕਮਰੇ ਕਿੱਥੇ ਹਨ? ਪੜ੍ਹਾਈ ਕਿੱਥੇ ਹੁੰਦੀ ਹੈ? ਮੇਰਾ ਵਿਚਾਰ ਸੀ ਉਹ ਬਲਾਕ ਜਾਂ ਕਮਰਿਆਂ ਦੀਆਂ ਪਾਲਾਂ ਵੱਖਰੀਆਂ ਕਿਸੇ ਹੋਰ ਪਾਸੇ ਹੋਣਗੀਆਂ, ਕਿਉਂਕਿ ਹੁਣ ਤੱਕ ਉਹਨਾਂ ਦਾ ਵਰਣਨ ਕਿਤੇ ਨਹੀਂ ਸੀ ਆਇਆ। ਸਾਡੇ ਆਗੂ ਨੇ ਦੱਸਿਆ, ਗੁਰੂਦੇਵ ਠਾਕੁਰ ਦੇ ਇਸ ਮੁੱਢਲੇ ਵਿਚਾਰ ਨੂੰ ਹੁਣ ਤੱਕ ਪੂਜਿਆ ਜਾਂਦਾ ਹੈ। ਪਹਿਲੀ ਤੋਂ MA ਤੱਕ ਦੀਆਂ ਜਮਾਤਾਂ ਦੇ ਲੈਕਚਰ ਦਰੱਖਤਾਂ ਥੱਲੇ ਹੀ ਹੁੰਦੇ ਹਨ। ਬਹਿਣ ਲਈ ਘਾਹ ਦੀ ਕੁਰਸੀ ਹੁੰਦੀ ਹੈ। ਹਾਂ, ਪੇਂਟਿੰਗ ਜਾਂ ਚਿੱਤਰਕਾਰੀ ਦੀਆਂ ਕਲਾਸਾਂ ਲਈ ਕਮਰੇ ਹਨ। ਮੇਰਾ ਦੂਜਾ ਪ੍ਰਸ਼ਨ ਸੀ, ਤੇ ਮੀਂਹ ਵੇਲੇ? ਉੱਤਰ ਸੀ, ਛੁੱਟੀ ਹੋ ਜਾਂਦੀ ਹੈ, ਪਰ ਘੱਟ ਵੱਧ ਹੀ ਅਜਿਹੀ ਲੋੜ ਪੈਂਦੀ ਹੈ। ਮੇਰੇ ਇੱਕ ਸੰਗੀ ਨੇ ਪੁੱਛਿਆ, ਲੜਕੀਆਂ ਤੇ ਲੜਕੇ ਕਿਸ ਜਮਾਤ ਤੱਕ ਇਕੱਠੇ ਪੜ੍ਹਦੇ ਨੇ? ਪਹਿਲੀ ਤੋਂ MA ਤੱਕ ਹੀ ਸਾਂਝੀ ਵਿੱਦਿਆ ਹੈ। ਰਾਗ ਤੇ ਚਿੱਤਰਕਾਰੀ ਆਦਿ ਦੀਆਂ ਜਮਾਤਾਂ ਵਿੱਚ ਲੜਕੀਆਂ ਦੀ ਗਿਣਤੀ ਵਧੇਰੇ ਹੈ। 1-2 ਪੰਜਾਬਣ ਲੜਕੀਆਂ ਵੀ ਚਿੱਤਰਕਾਰੀ ਸਿੱਖਣ ਲਈ ਆਈਆਂ ਹੋਈਆਂ ਹਨ। ਮੈਂ ਬੜੀ ਹੈਰਾਨੀ ਨਾਲ ਪ੍ਰਸ਼ਨ ਕੀਤਾ, ਇਸ ਸਾਂਝੀ ਵਿੱਦਿਆ ਵਿੱਚ ਕੋਈ ਖਾਸ ਰੁਕਾਵਟ ਜਾਂ ਸ਼ਿਕਾਇਤ ਨਹੀਂ ਪੈਦਾ ਹੁੰਦੀ? ਨਹੀਂ, ਉਸ ਦਾ ਪੱਕਾ ਉੱਤਰ ਸੀ। ਵਾਪਸੀ ਤੇ ਰਾਹ ਵਿੱਚ ਮੇਰੇ ਸਾਥੀ ਤੇ ਸਾਡਾ ਡਰਾਈਵਰ ਕਹਿ ਰਹੇ ਸਨ, ਇਹਨਾਂ ਬੰਗਾਲੀਆਂ ਵਿੱਚ ਖੁੱਲ੍ਹ ਬਹੁਤ ਹੈ। ਸਾਡੇ ਜਿਨ੍ਹਾਂ ਗੱਲਾਂ ਤੋਂ ਸਿਰ ਪਾਟ ਜਾਂਦੇ ਹਨ, ਇਹਨਾਂ ਵਿੱਚ ਪਰਵਾਹ ਹੀ ਨਹੀਂ। ਮੈਂ ਇੰਨਾ ਕਹਿ ਕੇ ਗੱਲ ਮੁਕਾਈ, ਭਾਈ ਆਪੋ ਆਪਣੇ ਰਿਵਾਜ ਤੇ ਵਿਚਾਰ ਹਨ। ਮੈਨੂੰ ਆਪਣੇ ਮਿੱਤਰ ਸ੍ਰੀ ਦਵਿੰਦਰ ਸਤਿਆਰਥੀ ਦੀ ਯਾਦ ਆਈ, ਜਿਨ੍ਹਾਂ ਨੇ ਪਿੰਡਾਂ ਦੇ ਗੀਤ ਇਕੱਠੇ ਕਰਨ, ਕਵਿਤਾ ਤੇ ਕਹਾਣੀਆਂ ਆਦਿ ਲਿਖਣ ਵਿੱਚ ਸਾਰੀ ਉਮਰ ਲਾਈ ਹੈ। ਉਹ ਵੀ ਇਸੇ ਆਸ਼ਰਮ ਦੇ ਪੁਰਾਣੇ ਵਿਦਿਆਰਥੀ ਹਨ ਤੇ ਮਹਾਤਮਾ ਠਾਕੁਰ ਤੋਂ ਹੀ ਉਹਨਾਂ ਪੇਂਡੂ ਗੀਤ ਇਕੱਠੇ ਕਰਨ ਦੀ ਪ੍ਰੇਰਨਾ ਲਈ ਹੈ। ਅਜੇ ਮੈਂ ਇਸ ਵਿਚਾਰ ਵਿੱਚੋਂ ਨਿਕਲਿਆ ਨਹੀਂ ਸਾਂ ਕਿ ਮੈਨੂੰ ਯਾਦ ਆਇਆ, CF ਐਂਡਰਿਊਜ਼ ਜਿਹੇ ਮਹਾਨ ਭਾਵੀ ਪਰਦੇਸੀ, ਨੰਦ ਲਾਲ ਬੋਸ ਤੇ ਅਜੀਤ ਕੁਮਾਰ ਜਿਹੇ ਪ੍ਰਸਿੱਧ ਕਲਾਕਾਰ, ਅਜੀਤ ਕੁਮਾਰ ਚੱਕਰਵਰਤੀ ਤੇ ਸਤੀਸ਼ ਚੰਦਰ ਜਿਹੇ ਲੇਖਕ ਇੱਥੇ ਅਧਿਆਪਕ ਰਹੇ ਹਨ ਅਤੇ ਇਹ ਵਿਦਿਆਲਿਆ ਸੰਨ 1962 ਤੱਕ ਸਭ ਕੌਮਾਂ ਦੀ ਆਤਮਾ ਤੇ ਰਾਗ, ਨਾਟਕ, ਕਵਿਤਾ, ਚਿੱਤਰਕਾਰੀ ਜਿਹੀਆਂ ਕੋਮਲ ਕਲਾਵਾਂ ਦਾ ਘਰ ਬਣ ਚੁੱਕਾ ਸੀ। ਇੰਨੇ ਨੂੰ ਇੱਕ ਨਵੇਕਲੀ ਥਾਂ ਵਿੱਚ ਇੱਕ ਛੋਟਾ ਜਿਹਾ ਛੱਤਿਆ ਥੜਾ ਤੇ ਆਲੇ ਦੁਆਲੇ ਕੁਝ ਵਲੀ ਹੋਈ ਸਾਫ਼ ਥਾਂ ਵਿਖਾ ਕੇ ਸ੍ਰੀ ਮਾਨਤਾ ਨੇ ਦੱਸਿਆ, ਮਹਾਰਿਸ਼ੀ ਠਾਕੁਰ ਦੇ ਪਿਤਾ ਇੱਥੇ ਬਹਿ ਕੇ ਸਵੇਰ ਦੀ ਪਾਠ ਪੂਜਾ ਕਰਦੇ ਸਨ ਤੇ ਹੁਣ ਇੱਥੇ ਹੀ ਯੂਨੀਵਰਸਿਟੀ ਦੇ ਵਿਦਿਆਰਥੀ ਸਵੇਰ ਦੀ ਪ੍ਰਾਰਥਨਾ ਕਰਕੇ ਕੰਮ ਆਰੰਭ ਕਰਦੇ ਹਨ। ਇਉਂ ਉਹ ਨਿੱਤ ਹੀ ਪ੍ਰਕਿਰਤੀ ਤੇ ਪ੍ਰਕਿਰਤੀ ਦੇ ਮਾਲਕ ਨਾਲ ਮਿਲਦੇ ਹਨ, ਜਿਸ ਦਾ ਉਹਨਾਂ ਦੇ ਮਨ ਉੱਤੇ ਡੂੰਘਾ ਅਸਰ ਹੁੰਦਾ ਹੈ। ਫਿਰ ਸਾਨੂੰ ਕੇਂਦਰੀ ਲਾਇਬ੍ਰੇਰੀ ਦੀ ਵੱਡੀ ਇਮਾਰਤ ਵਿਖਾਈ ਗਈ ਅਤੇ ਇੱਕ ਵੱਖਰੀ ਟੈਗੋਰ ਲਾਇਬ੍ਰੇਰੀ ਵੀ, ਜਿੱਥੇ ਮਹਾਤਮਾ ਠਾਕੁਰ ਦੀਆਂ ਆਪ ਲਿਖੀਆਂ ਤੇ ਉਹਨਾਂ ਬਾਬਤ ਲਿਖੀਆਂ ਗਈਆਂ ਪੁਸਤਕਾਂ, ਅਖਬਾਰਾਂ ਦੇ ਵਿਸ਼ੇਸ਼ ਅੰਕ ਤੇ ਹੋਰ ਟਰੈਕਟ ਆਦਿ ਰੱਖੇ ਗਏ ਹਨ। ਇਉਂ ਠਾਕੁਰ ਜੀ ਦੀ ਰਚਨਾ ਬਾਬਤ ਕੋਈ ਖੋਜ ਕਰਨ ਵਾਲਿਆਂ ਲਈ ਸਭ ਮਸਾਲਾ ਇੱਕ ਥਾਂ ਇਕੱਤਰ ਹੋਇਆ ਪਿਆ ਹੈ। ਇਸ ਤਰ੍ਹਾਂ ਹੀ
ਹੋਰ ਵੱਖ-ਵੱਖ ਵਿਸ਼ਿਆਂ ਉੱਤੇ ਵੱਖ-ਵੱਖ ਲਾਇਬ੍ਰੇਰੀਆਂ ਹਨ। ਮੈਂ ਸੋਚ ਰਿਹਾ ਸਾਂ, ਬੰਗਾਲੀਆਂ ਦੇ ਭਾਸ਼ਾ ਪ੍ਰੇਮ ਨੇ ਸਾਹਿਤ ਤੇ ਵਿੱਦਿਆ ਦੇ ਪਸਾਰ ਨੂੰ ਅਤੇ ਨਾਲ ਹੀ ਇੱਕ ਵੱਡਾ ਵਿਚਾਰ ਜੋ ਮੇਰੇ ਦਿਲ ਵਿੱਚ ਚੱਕਰ ਲਾ ਰਿਹਾ ਸੀ, ਇਹ ਸੀ ਇੱਕ ਇਕੱਲੇ ਵਿਅਕਤੀ ਦੀ ਲਗਨ ਨੇ, ਉਸ ਦੀ ਮਿਹਨਤ ਤੇ ਆਦਰਸ਼ ਪੂਰਤੀ ਦੀ ਸੱਚੀ ਲਿਵ ਨੇ ਕੁਝ ਵਰ੍ਹਿਆਂ ਵਿੱਚ ਕਿਵੇਂ ਇਸ ਸਧਾਰਨ ਸਕੂਲ ਨੂੰ ਪੂਰੀ ਯੂਨੀਵਰਸਿਟੀ ਵਿੱਚ ਬਦਲ ਦਿੱਤਾ ਹੈ। ਫਿਰ ਸੱਚ ਹੀ ਜੰਗਲ ਵਿੱਚ ਮੰਗਲ ਲਾਇਆ ਹੈ, ਜਿੱਥੇ ਘੋਟੇ ਨਹੀਂ ਲਵਾਏ ਜਾਂਦੇ ਸਗੋਂ ਸੁਤੰਤਰਤਾ ਹੈ, ਜਿੱਥੇ ਫਰਾਂਸੀਸੀ ਤੇ ਚੀਨੀ ਵਿਦਵਾਨ ਬੁੱਧ ਮਤ ਦੀ ਖੋਜ ਲਈ ਆਏ ਹਨ, ਜਿੱਥੋਂ ਹਾਲੈਂਡ ਦੇ ਗਵਈਏ ਭਾਰਤੀ ਸੰਗੀਤ ਸਿੱਖ ਕੇ ਗਏ ਹਨ। ਜਰਮਨੀ ਦਾ ਇੱਕ ਯੁਵਕ ਭਾਰਤ ਦੀ ਕਲਾ ਦਾ ਖਿੱਚਿਆ ਜਿੱਥੇ ਬੈਠਾ ਰਿਹਾ ਹੈ। ਫਿਰ ਸੋਚ ਵਿੱਚ ਆਏ, ਪਰ ਇਸ ਚੋਟੀ ਤੱਕ ਇੰਨਾ ਉੱਪਰ ਪੁੱਜਣ ਲਈ ਉਸ ਮਹਾਨ ਚਿੰਤਕ, ਦਾਰਸ਼ਨਿਕ, ਕਵੀ, ਲੇਖਕ, ਯਾਤਰੂ, ਨਾਟਕਕਾਰ ਤੇ ਚਿੱਤਰਕਾਰ ਨੇ ਲਾ ਵੀ ਤਾਂ ਸਭ ਕੁਝ ਹੀ ਦਿੱਤਾ, ਤਨ, ਮਨ, ਧਨ ਤੇ ਸਮਾਂ। 1901 ਤੋਂ 1947 ਤੱਕ ਦਾ ਸਮਾਂ ਉਹਨਾਂ ਇਸ ਆਸ਼ਰਮ ਵਿੱਚ ਹੀ ਲਾਇਆ। ਇੱਥੇ ਹੀ ਉਹ ਚਿੱਤਰਕਾਰੀ ਤੇ ਲਿਖਣ ਦਾ ਕੰਮ ਕਰਦੇ ਰਹੇ। ਇੱਥੇ ਹੀ ਨਾਟਕ ਲਿਖਦੇ, ਲਿਖਾਉਂਦੇ, ਕਰਾਉਂਦੇ ਤੇ ਆਪ ਉਹਨਾਂ ਵਿੱਚ ਅਭਿਨੈ ਕਰਦੇ ਰਹੇ ਹਨ। ਇਸ ਆਸ਼ਰਮ ਵਿੱਚ ਹੀ ਮਾਇਆ ਇਕੱਤਰ ਕਰਨ ਲਈ ਉਹ ਨਾਟਕ ਮੰਡਲੀ ਨੂੰ ਨਾਲ ਲੈ ਕੇ 1936 ਵਿੱਚ ਪੰਜਾਬ ਆਏ ਸਨ, ਜਦ ਕਿਸੇ ਪੰਜਾਬੀ ਦਾਨੀ ਨੇ 60,000 ਦਾ ਚੈੱਕ ਨਾਂ ਦੱਸਣ ਤੋਂ ਬਿਨਾਂ ਹੀ ਭੇਜ ਕੇ ਬੇਨਤੀ ਘੱਲੀ ਸੀ, ਕੋਮਲ ਭਾਵੀ ਤੇ ਬ੍ਰਿਧ ਅਵਸਥਾ ਦੇ ਤਨ ਨੂੰ ਤੁਸੀਂ ਥਾਂ-ਥਾਂ ਫਿਰਨ ਤੇ ਨਾਟਕ ਕਰਕੇ ਧਨ ਇਕੱਠਾ ਕਰਨ ਦਾ ਕਸ਼ਟ ਨਾ ਦਿਓ। ਮੈਨੂੰ ਲਾਹੌਰ ਵਿੱਚ ਹੋਏ ਮਹਾਰਿਸ਼ੀ ਠਾਕੁਰ ਦੇ ਉਸ ਵੇਲੇ ਦੇ ਦਰਸ਼ਨ ਤੇ ਮੇਲ ਯਾਦ ਆਏ। ਉਹਨਾਂ ਦਾ ਮਨ ਦੇਸ਼ਾਂ ਪ੍ਰਦੇਸ਼ਾਂ ਵਿੱਚ ਫਿਰਦਿਆਂ ਵੀ ਇਸੇ ਵਿੱਦਿਆ ਮੰਦਰ ਵਿੱਚ ਲੱਗਾ ਰਹਿੰਦਾ ਸੀ। ਪ੍ਰਦੇਸ਼ਾਂ ਦੇ ਉਹਨਾਂ ਦੇ ਕਈ ਲੈਕਚਰ ਤੇ ਕਈ ਲੇਖਾਂ ਵਿੱਚ ਸ਼ਾਂਤੀ ਨਿਕੇਤਨ ਦਾ ਵਰਣਨ ਪੜ੍ਹਿਆ ਸੀ। ਮੈਨੂੰ ਯਾਦ ਆ ਰਿਹਾ ਸੀ ਤੇ ਇਹ ਵੀ ਚੇਤੇ ਆਇਆ ਕਿ ਲਾਹੌਰ ਵਿੱਚ 2 ਮਿੰਟ ਦੀ ਗੱਲਬਾਤ ਵਿੱਚ ਵੀ ਸ਼ਾਂਤੀ ਨਿਕੇਤਨ ਦਾ ਵਰਣਨ ਆ ਗਿਆ ਸੀ। ਇਹ ਸਾਰੀ ਧਰਤੀ ਤੇ ਬਾਗ ਮਹਾਰਿਸ਼ੀ ਦੀ ਨਿੱਜੀ ਸੰਪੱਤੀ ਸੀ। ਨੋਬਲ ਪ੍ਰਾਈਜ਼ ਨਾਂ ਦੇ ਪੁਰਸਕਾਰ ਦੀ ਸਾਰੀ ਮਾਇਆ ਤੇ ਹੋਰ ਸਾਰੀ ਸੰਪੱਤੀ ਮਹਾਤਮਾ ਜੀ ਨੇ ਇੱਥੇ ਹੀ ਲਾ ਦਿੱਤੀ ਸੀ। ਫੇਰ ਘਾਟੇ ਪੈ ਜਾਂਦੇ ਸਨ ਜੋ ਪੂਰੇ ਕਰਨ ਲਈ ਕਈ ਉੱਦਮ ਕਰਨੇ ਜ਼ਰੂਰੀ ਹੋ ਜਾਂਦੇ ਸਨ, ਜੋ ਉਹ ਖਿੜੇ ਮੱਥੇ ਕਰਦੇ ਰਹੇ। ਕਹਿ ਨਹੀਂ ਸਕਦਾ ਇਹਨਾਂ ਵਹਿਮਾਂ ਵਿੱਚ ਬਹਿੰਦਾ ਮੈਂ ਸ੍ਰੀ ਮਾਨਤਾ ਦੀਆਂ ਦੱਸੀਆਂ ਕਿੰਨੀਆਂ ਗੱਲਾਂ ਸੁਣਦਾ ਵੀ ਅਣਸੁਣੀਆਂ ਕਰੀ ਗਿਆ ਤੇ ਕਿੰਨਾ ਕੁਝ ਵੇਖ ਕੇ ਅਣਡਿੱਠਾ ਕਰ ਗਿਆ। ਜਦ ਮੈਨੂੰ ਹੋਸ਼ ਆਈ ਤਾਂ ਕੁਝ ਸ਼ਰਮਾਇਆ ਵੀ ਤੇ ਮੈਂ ਪਤਾ ਨਹੀਂ ਉਸ ਦੀਆਂ ਕਿੰਨੀਆਂ ਗੱਲਾਂ ਦਾ ਅਨੁਵਾਦ ਕਰਕੇ ਸਾਥੀਆਂ ਨੂੰ ਨਹੀਂ ਦੱਸਿਆ। ਬਾਕੀ ਸਾਰਾ ਸਮਾਂ ਮੈਂ ਇਹ ਸੇਵਾ ਭੁਗਤਾਈ ਗਿਆ ਸਾਂ। ਹੁਣ ਸ੍ਰੀ ਮਾਨਤਾ ਇੱਕ ਸ਼ਾਹਾਨਾ ਤੇ ਬਹੁਤ ਵੱਡੀ ਕੋਠੀ ਅੱਗੇ ਖਲੋਤੇ ਸਨ, ਜਿਸ ਦੇ ਅੰਦਰ ਬੱਤੀਆਂ ਵੀ ਜਗ ਰਹੀਆਂ ਸਨ। ਉਸ ਦੀਆਂ 2 ਛੱਤਾਂ ਜਾਪਦੀਆਂ ਸਨ। ਉਹਨਾਂ ਦੱਸਿਆ, ਇਹ ਗੁਰੂਦੇਵ ਠਾਕੁਰ ਦੇ ਪਿਤਾ ਦੀ ਅਤੇ ਉਹਨਾਂ ਦੀ ਰਿਹਾਇਸ਼ ਦੀ ਕੋਠੀ ਸੀ। ਇਹ ਉਹਨਾਂ ਨੇ ਇਸ ਆਸ਼ਰਮ ਨੂੰ ਹੀ ਦੇ ਦਿੱਤੀ ਸੀ ਤੇ ਆਪ ਉਹ ਪਰਲੀ ਕੱਚੀ ਕੋਠੜੀ ਵਿੱਚ ਜੀਵਨ ਦੇ ਅੰਤਲੇ ਕਈ ਵਰ੍ਹੇ ਰਹਿੰਦੇ ਰਹੇ। ਤਿਆਗ, ਇੰਨਾ ਤਿਆਗ, ਤੇ ਉਹ ਵੀ ਸਾਹਮਣੇ ਅਤੇ ਕੋਲ ਸਭ ਕੁਝ ਹੁੰਦਿਆਂ ਸੁਣਦਿਆਂ ਵੀ। ਇਹ ਕੁਟੀਆ, ਮਿੱਟੀ ਦੀ ਬਣੀ ਕੱਚੀ ਕੁਟੀਆ ਜਾਂ ਕੋਠਾ ਵੇਖ ਕੇ ਮੈਨੂੰ ਸ਼ਾਹਾਨਾ ਕੋਠੀ ਭੁੱਲ ਗਈ ਤੇ ਠਾਕੁਰ ਜੀ ਦਾ ਸਮਕਾਲੀ ਟੋਲਸਟਾਏ ਯਾਦ ਆ ਗਿਆ, ਜੋ ਕਦੇ ਇੰਨਾ ਅਮੀਰ ਸੀ ਤੇ ਜਿਸ ਨੇ ਬਹੁਤ ਸਾਰੀ ਜਾਇਦਾਦ ਵੇਚ ਕੇ ਗਰੀਬਾਂ ਵਿੱਚ ਵੰਡ ਕੇ ਆਪ ਹੱਥੀਂ ਖੇਤੀ ਕਰਦਿਆਂ ਮਹਾਨ ਪੁਸਤਕਾਂ ਲਿਖੀਆਂ ਸਨ। ਸਾਦਾ ਜੀਵਨ ਤੇ ਉੱਚਾ ਸੋਚਣ ਦੀ ਇਹ ਕਿੰਨੀ ਚੰਗੀ ਮਿਸਾਲ ਸੀ। ਇਹ ਭਾਰਤ ਦੀ ਪੁਰਾਤਨ ਸੱਭਿਅਤਾ ਦੇ ਕਿੰਨੀ ਅਨੁਕੂਲ ਸੀ। ਹੁਣ ਮੈਨੂੰ ਸਮਝ ਪਈ ਉਹਨਾਂ ਨੂੰ ਲੋਕ ਠਾਕੁਰ, ਰਿਸ਼ੀ ਤੇ ਗੁਰੂਦੇਵ ਕਿਉਂ ਆਖਦੇ ਸਨ। ਮੈਂ ਤਾਂ ਹੁਣ ਤੱਕ ਕੇਵਲ ਡਾਕਟਰ ਠਾਕੁਰ ਨੂੰ ਹੀ ਜਾਣਦਾ ਸਾਂ। ਵਾਪਸ ਮੁੜਦਿਆਂ ਸਾਡਾ ਆਗੂ ਦੱਸ ਰਿਹਾ ਸੀ, ਸਵੇਰੇ ਸਾਰੇ ਵਿਦਿਆਰਥੀ ਸਾਰੇ ਆਸ਼ਰਮ ਦਾ ਚੱਕਰ ਲਾਉਂਦੇ ਇੱਕ ਪ੍ਰਾਰਥਨਾ ਗਾਉਂਦੇ ਹਨ, ਜੋ ਗੁਰੂਦੇਵ ਦੀ ਹੀ ਲਿਖੀ ਹੋਈ ਸੀ।
ਤੂੰ ਹੀ ਸਾਡਾ ਪਿਤਾ ਹੈ, ਸਾਡੀ ਸਹਾਇਤਾ ਕਰ, ਅਸੀਂ ਤੈਨੂੰ ਪਿਤਾ ਜਾਣੀਏ। ਹੇ ਪਿਤਾ, ਸਾਨੂੰ ਆਪਣੇ ਕੋਲੋਂ ਵਿਛੋੜ ਕੇ ਕਦੀ ਦੁਖੀ ਨਾ ਕਰ। ਅਤੇ ਅਸੀਂ ਸੜਕ ਉੱਤੇ ਆਪਣੀ ਟੈਕਸੀ ਦੇ ਕੋਲ ਸਾਂ। ਮੈਂ ਸ੍ਰੀ ਮਾਨਤਾ ਨੂੰ ਕਿਹਾ, ਇਕਰਾਰ ਮੁਤਾਬਕ ਜੇ ਤੁਸੀਂ ਕਿਤੇ ਜਾਣਾ ਹੈ ਤਾਂ ਅਸੀਂ ਕਾਰ ਵਿੱਚ ਛੱਡ ਕੇ ਆਵਾਂਗੇ, ਸੋ ਬੈਠੋ। ਉਹ ਬਹਿ ਗਿਆ ਤੇ ਉਸ ਦੱਸਿਆ, ਬਾਜ਼ਾਰ ਤੱਕ ਹੀ ਜਾਣਾ ਹੈ। ਉਸ ਵੇਲੇ ਹੀ ਅਸੀਂ 5-6 ਰਿਕਸ਼ਿਆਂ ਵਿੱਚ ਕੁਝ ਲੜਕੇ ਤੇ ਲੜਕੀਆਂ ਯੂਨੀਵਰਸਿਟੀ ਵਿੱਚੋਂ ਨਿਕਲਦੇ ਵੇਖੇ। ਪੁੱਛਣ ਤੇ ਪਤਾ ਲੱਗਾ ਕਿ ਕਿਸੇ ਥਾਂ ਮੈਚ ਲਈ ਟੀਮ ਜਾ ਰਹੀ ਹੈ, ਕਿਉਂਕਿ ਉੱਥੇ ਖੇਡਾਂ ਦਾ ਵੀ ਪੂਰਾ ਇੰਤਜ਼ਾਮ ਹੈ। ਕਾਰ ਵਿੱਚ ਬੈਠਿਆਂ ਗੱਲਾਂ ਬਾਤਾਂ ਵਿੱਚੋਂ ਪਤਾ ਲੱਗਾ ਕਿ ਉੱਥੇ ਵਿਦਿਆਰਥੀਆਂ ਦੀਆਂ ਕਈ ਤਰ੍ਹਾਂ ਦੀਆਂ ਆਪਣੀਆਂ ਕਮੇਟੀਆਂ ਤੇ ਕਚਹਿਰੀਆਂ ਹਨ, ਜਿਵੇਂ ਰੋਗੀਆਂ ਦੀ ਸੇਵਾ ਲਈ ਕਮੇਟੀ, ਪਿੰਡਾਂ ਵਿੱਚ ਜਾਣ ਵਾਲੀ ਕਮੇਟੀ, ਨਾਟਕ ਸਭਾ ਤੇ ਰਾਗ ਸਭਾ। ਖਾਣਾ ਵਰਤਾਉਣ ਦੀ ਸੇਵਾ ਵੀ ਵਿਦਿਆਰਥੀ ਆਪ ਹੀ ਕਰਦੇ ਹਨ। ਸ੍ਰੀ ਮਾਨਤਾ ਨੂੰ ਉਤਾਰਦਿਆਂ ਤੇ ਉਸ ਦਾ ਧੰਨਵਾਦ ਕਰਦਿਆਂ ਮੈਂ ਇੱਕ ਹੋਰ ਪ੍ਰਸ਼ਨ ਪੁੱਛਿਆ, ਤੁਹਾਡਾ ਵਿੱਦਿਆ ਦਾ ਮਾਧਿਅਮ ਕੀ ਹੈ? ਇਸ ਦਾ ਉੱਤਰ ਉਸਨੇ ਕੁਝ ਵਿਸਥਾਰ ਨਾਲ ਹੀ ਦੇਣਾ ਪਸੰਦ ਕੀਤਾ। ਉਸਨੇ ਕਿਹਾ, ਭਾਵੇਂ ਗੁਰੂਦੇਵ ਆਪ ਅੰਗਰੇਜ਼ੀ ਵਿੱਚ ਲਿਖਦੇ ਤੇ ਬੋਲਦੇ ਵੀ ਸਨ, ਪਰ ਇਸ ਆਸ਼ਰਮ ਨੂੰ ਚਲਾਉਣ ਪਿੱਛੋਂ ਅੰਗਰੇਜ਼ੀ ਦੇ ਪ੍ਰਭਾਵ ਤੇ ਸ਼ਕਤੀ ਨੂੰ ਹਟਾਉਣ ਦੀ ਬੜੀ ਤੀਖਣ ਭਾਵਨਾ ਕੰਮ ਕਰ ਰਹੀ ਸੀ। ਇਸ ਲਈ ਇੱਥੇ ਪਹਿਲੀ ਤੋਂ MA ਤੱਕ ਮਾਧਿਅਮ ਸ਼ੁੱਧ ਬੰਗਾਲੀ ਹੈ। ਉਹਨਾਂ ਨੇ ਵਿੱਦਿਆ ਬਾਬਤ ਜੋ ਲੇਖ ਲਿਖੇ ਹਨ, ਉਹਨਾਂ ਵਿੱਚ ਵੀ ਅੰਗਰੇਜ਼ੀ ਦੀ ਥਾਂ ਮਾਤ ਭਾਸ਼ਾ ਨੂੰ ਹੀ ਪ੍ਰਧਾਨ ਬਣਾਉਣ ਦਾ ਵਿਚਾਰ ਹੈ। ਇੰਗਲੈਂਡ ਵਿੱਚ ਇੱਕ ਭਾਸ਼ਣ ਵਿੱਚ ਉਹਨਾਂ ਨੇ ਕਿਹਾ ਸੀ, ਮੈਨੂੰ ਤੁਹਾਡੀ ਭਾਸ਼ਾ ਨੂੰ ਕਦੇ ਵੀ ਨਹੀਂ ਸੀ ਵਰਤਣਾ ਚਾਹੀਦਾ। ਆਰੰਭ ਵਿੱਚ ਅੰਗਰੇਜ਼ਾਂ ਦੇ ਰਾਜ ਵਿੱਚ ਤਾਂ ਜਦੋਂ ਇੱਥੋਂ ਦੇ ਬੱਚੇ ਕਲਕੱਤਾ ਯੂਨੀਵਰਸਿਟੀ ਦਾ ਹੀ ਇਮਤਿਹਾਨ ਦਿੰਦੇ ਸਨ, ਇਹ ਧੁੰਮ ਪਈ ਹੋਈ ਸੀ ਕਿ ਇੱਥੋਂ ਦੇ ਪੜ੍ਹਿਆਂ ਨੂੰ ਨੌਕਰੀ ਨਹੀਂ ਮਿਲੇਗੀ। ਪਰ ਹੁਣ ਤਾਂ ਸਗੋਂ ਸ਼ਾਂਤੀ ਨਿਕੇਤਨ ਦੇ ਗ੍ਰੈਜੂਏਟ ਹਰ ਥਾਂ ਸਤਿਕਾਰੇ ਜਾਂਦੇ ਹਨ।